ਪਰ ਜਦੋਂ ਉਹਨਾਂ ਦੀ ਨੂੰਹ ਬੇਅੰਤ ਕੌਰ ਦੇ ਬਾਰੇ ਇਹ ਗੱਲ ਹੁੰਦੀ ਆ, ਗੁਰਿੰਦਰ ਪੱਟੀ ਘਰ ਜਾ ਕੇ ਗੱਲ ਪੁੱਛਦਾ ਵੀ ਮੈਂ ਤੁਹਾਡੇ ਕੋਲ ਨੰਗਾ ਸਵਾਲ ਪੁੱਛ ਰਿਹਾ ਵੀ ਤੁਹਾਡੀ ਨੂੰਹ ਦਾ ਰਿਲੇਸ਼ਨ ਤੁਹਾਡੇ ਮੁੰਡੇ ਨਾਲ ਸੀ ਕਿ ਨਹੀਂ ਸੀ, ਕੀ ਉਹ ਲੱਗਦਾ ਵਾਜਬ ਸੀ ਸਵਾਲ ਵੀ ਕੋਈ ਤੀਜਾ ਬੰਦਾ ਤੁਹਾਡੀ ਨੂੰਹ ਦੇ ਬਾਰੇ ਉਂਗਲ ਕਰਦਾ ਤਾਂ ਤੁਸੀਂ ਚੁੱਪ ਕਰਕੇ ਬੈਠ ਚੁੱਕੇ। ਤੇ ਜਦੋਂ ਆਪਣਾ ਜਿਹੜਾ ਇਹਨਾਂ ਦਾ ਵਕੀਲ ਸੀਗਾ, ਆਪਣਾ ਕੀ ਨਾਮ ਸੀ ਉਹਦਾ, ਸੁਨੀਲ ਮੱਲਨ ਇਹ ਗੱਲ ਕਹਿੰਦੇ ਆ ਵੀ ਕੁੜੀਆਂ ਨੂੰ ਜੇਕਰ ਕੁੜੀਆਂ ਨੇ ਇਹੀ ਕੰਮ ਕਰਨੇ ਤਾਂ ਕੁੜੀਆਂ ਨੂੰ ਕੋਠੇ ਤੇ ਬਹਿ ਜਾਣਾ ਚਾਹੀਦਾ, ਧੰਦਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਵੀ ਤੁਸੀਂ ਦੱਸੋ, ਤੁਸੀਂ ਆਪ ਇੱਕ ਜਰਨਲਿਸਟ ਹੋ, ਤੁਸੀਂ ਕੁੜੀ ਹੋ, ਤੇ ਕੀ ਤੁਹਾਨੂੰ ਲੱਗਦਾ ਕਿ ਇਹ ਸ਼ਬਦ ਕਹਿਣੇ ਕਿ ਠੀਕ ਸੀ? ਲਵਪ੍ਰੀਤ ਤੇ ਬੇਅੰਤ ਕੌਰ ਮਾਮਲੇ 'ਚ ਹੁਣ ਇੱਕ ਹੋਰ ਵੱਡਾ ਮੋੜ ਆ ਚੁੱਕਿਆ। ਕੈਨੇਡਾ ਰਹਿੰਦੀ ਬੇਅੰਤ ਕੌਰ ਤੇ ਉਸ ਵਰਗੀਆਂ ਹੋਰ ਕੁੜੀਆਂ ਦੇ ਪੱਖ 'ਚ ਆਵਾਜ਼ ਚੁੱਕਣ ਵਾਲੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੇ ਲਵਪ੍ਰੀਤ ਦੇ ਪਰਿਵਾਰ ਬਾਰੇ ਵੱਡੇ ਖੁਲਾਸੇ ਕੀਤੇ ਨੇ। ਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਲਵਪ੍ਰੀਤ ਦੇ ਚਾਚੇ ਉੱਤੇ ਉਸ ਨੂੰ ਧਮਕੀਆਂ ਦੇਣ ਦੇ ਦੋਸ਼ ਲਗਾਏ ਨੇ। ਗੁਰਪ੍ਰੀਤ ਰੰਧਾਵਾ ਨੇ ਕਿਹਾ ਕਿ ਜਦੋਂ ਲਵਪ੍ਰੀਤ ਨੇ ਸੁਸਾਈਡ ਨੋਟ ਲਿਖਿਆ ਸੀ ਤਾਂ ਉਦੋਂ ਉਸ ਦਾ ਪਰਿਵਾਰ ਕਿੱਥੇ ਸੀ, ਉਦੋਂ ਉਸ ਦੇ ਪਰਿਵਾਰ ਨੇ ਲਵਪ੍ਰੀਤ ਤੇ ਧਿਆਨ ਕਿਉਂ ਨਹੀਂ ਦਿੱਤਾ। ਉਹਨਾਂ ਨੇ ਲਵਪ੍ਰੀਤ ਦੇ ਚਾਚੇ ਦੀ ਅਣਖ ਨੂੰ ਵੰਗਾਰਦਿਆਂ ਕਿਹਾ ਕਿ ਜਦੋਂ ਇਮੀਗ੍ਰੇਸ਼ਨ ਵਾਲਾ ਗੁਰਿੰਦਰ ਭੱਟੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕੈਨੇਡਾ ਰਹਿੰਦੀ ਨੂੰਹ ਬੇਅੰਤ ਕੌਰ ਦੇ ਕਿਸੇ ਹੋਰ ਮੁੰਡੇ ਨਾਲ ਸਬੰਧਾਂ ਬਾਰੇ ਕਹਿ ਰਿਹਾ ਸੀ ਤਾਂ ਉਦੋਂ ਲਵਪ੍ਰੀਤ ਦੇ ਚਾਚੇ ਦੀ ਅਣਖ ਕਿੱਥੇ ਗਈ ਸੀ। ਇਸ ਦੇ ਨਾਲ ਹੀ ਪੱਤਰਕਾਰ ਗੁਰਪ੍ਰੀਤ ਰੰਧਾਵਾ ਨੇ ਪੱਤਰਕਾਰਤਾ ਦੀ ਪਰਿਭਾਸ਼ਾ ਦੱਸਦਿਆਂ ਲਵਪ੍ਰੀਤ ਅਤੇ ਉਸ ਦੇ ਪਰਿਵਾਰ ਤੇ ਕਈ ਸਵਾਲੀਆ ਚਿੰਨ੍ਹ ਵੀ ਖੜੇ ਕੀਤੇ ਨੇ। ਇੱਕ ਵਾਰ ਤੁਸੀਂ ਵੀ ਜ਼ਰੂਰ ਸੁਣੋ ਪੱਤਰਕਾਰ ਵੱਲੋਂ ਕੀ ਕਿਹਾ ਗਿਆ ਜੀ। ਆਬਵੀਅਸਲੀ ਜੀ, ਐਕਚੁਅਲੀ ਚੱਕਰ ਇਹ ਵੀ ਮੇਰੇ ਕੁਝ ਸਵਾਲ ਸੀਗੇ। ਮੇਰੇ ਸਵਾਲ ਸੀ, ਸਵਾਲਾਂ ਦੇ ਨਾਲ ਕੀ ਸੀ, ਸਭ ਤੋਂ ਪਹਿਲਾਂ ਤਾਂ ਜਿੱਦਣ ਇਹਨਾਂ ਨੇ ਇੱਕ ਮੀਡੀਆ ਦੇ ਵਿੱਚ ਬੋਲਿਆ ਸੀ ਕਿ ਮੇਰੀ ਵਾਈਫ ਜੇ ਕਿਸੇ ਨਾਲ ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾਵੇ ਤੇ ਮੈਂ ਇੰਨੀ ਗੱਲ ਕਹਿ ਕਿ ਮੈਂ ਉਹਨੂੰ ਪੁੱਛਾਂ ਵੀ ਤੁਸੀਂ ਇਹ ਫੋਟੋ ਕਿਉਂ ਕਰਾਈ ਆ, ਠੀਕ ਹੈ ਜੀ, ਆਪਣੇ ਆਪ ਅਣਖੀ ਗੱਲ ਕਰਦੇ ਆ। ਪਰ ਜਦੋਂ ਉਹਨਾਂ ਦੀ ਨੂੰਹ ਬੇਅੰਤ ਕੌਰ ਦੇ ਬਾਰੇ ਇਹ ਗੱਲ ਹੁੰਦੀ ਆ, ਗੁਰਿੰਦਰ ਪੱਟੀ ਘਰ ਜਾ ਕੇ ਗੱਲ ਪੁੱਛਦਾ ਵੀ ਮੈਂ ਤੁਹਾਡੇ ਕੋਲ ਨੰਗਾ ਸਵਾਲ ਪੁੱਛ ਰਿਹਾ ਵੀ ਤੁਹਾਡੀ ਨੂੰਹ ਦਾ ਰਿਲੇਸ਼ਨ ਤੁਹਾਡੇ ਮੁੰਡੇ ਨਾਲ ਸੀ ਕਿ ਨਹੀਂ ਸੀ, ਕੀ ਉਹ ਲੱਗਦਾ ਵਾਜਬ ਸੀ ਸਵਾਲ ਵੀ ਕੋਈ ਤੀਜਾ ਬੰਦਾ ਤੁਹਾਡੀ ਨੂੰਹ ਦੇ ਬਾਰੇ ਉਂਗਲ ਕਰਦਾ ਤਾਂ ਤੁਸੀਂ ਚੁੱਪ ਕਰਕੇ ਬੈਠ ਚੁੱਕੇ। ਤੇ ਜਦੋਂ ਆਪਣਾ ਜਿਹੜਾ ਇਹਨਾਂ ਦਾ ਵਕੀਲ ਸੀਗਾ, ਆਪਣਾ ਕੀ ਨਾਮ ਸੀ ਉਹਦਾ, ਸੁਨੀਲ ਮੱਲਨ ਇਹ ਗੱਲ ਕਹਿੰਦੇ ਆ ਵੀ ਕੁੜੀਆਂ ਨੂੰ ਜੇਕਰ ਕੁੜੀਆਂ ਨੇ ਇਹੀ ਕੰਮ ਕਰਨੇ ਤਾਂ ਕੁੜੀਆਂ ਨੂੰ ਕੋਠੇ ਤੇ ਬਹਿ ਜਾਣਾ ਚਾਹੀਦਾ, ਧੰਦਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਕਿ ਤੁਸੀਂ ਦੱਸੋ, ਤੁਸੀਂ ਆਪ ਇੱਕ ਜਰਨਲਿਸਟ ਹੋ, ਤੁਸੀਂ ਕੁੜੀ ਹੋ, ਤੇ ਕੀ ਤੁਹਾਨੂੰ ਲੱਗਦਾ ਵੀ ਇਹ ਸ਼ਬਦ ਕਹਿਣੇ ਕਿ ਠੀਕ ਸੀ? ਜਿੱਦਾਂ ਇਹ ਚਾਚਾ ਉਸ ਟਾਈਮ ਕਿੱਥੇ ਸੀ ਜਿਸ ਸਮੇਂ ਗੱਲਾਂ ਆਈਆਂ ਸੀ ਬਾਅਦ ਕਿਸੇ ਨੇ ਕੀਪਰ ਦੇ ਬਾਰੇ ਅਸੀਂ ਗੱਲਾਂ ਕਰ ਰਹੇ ਹਾਂ। ਉਸ ਟਾਈਮ ਇੱਕ ਕੁੜੀ ਦੇ ਬਾਰੇ ਗੱਲ ਹੋ ਰਹੀ ਸੀ। ਉਸ ਟਾਈਮ ਘੱਟੋ ਘੱਟ ਹਜ਼ਾਰਾਂ ਕੁੜੀਆਂ ਨੂੰ ਲੋਕਾਂ ਨੇ ਮਾੜਾ ਕਹਿਣਾ ਸ਼ੁਰੂ ਕਰਤਾ, ਜਿਹੜੀਆਂ ਕੁੜੀਆਂ ਦੇ ਨਾਲ ਇਹ ਕੁੜੀਆਂ ਨੇ ਕੁਝ ਕੀਤਾ ਵੀ ਨਹੀਂ ਹਜੇ ਤੱਕ, ਠੀਕ ਹੈ ਜੀ। ਪਰ ਉਹ ਕੁੜੀਆਂ ਦੇ ਲਈ ਹੱਕ 'ਚ ਕੋਈ ਨਹੀਂ ਖੜਾ ਜਿਹੜੀਆਂ ਕੁੜੀਆਂ 1990 ਤੋਂ ਲੈ ਕੇ ਵਿਆਹੀਆਂ ਪੰਜਾਬ 'ਚ ਗਈਆਂ ਨੇ, ਪੰਜਾਬ 'ਚ ਰਹਿ ਗਈਆਂ, ਲਾੜੇ ਜਿਹੜੇ ਬਾਹਰ ਚਲੇ ਗਏ, ਉਹਨਾਂ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਅਸਲ ਜਦੋਂ ਅਸੀਂ ਚਾਚੇ ਦੇ ਸਵਾਲ ਚੱਕਣੇ ਸ਼ੁਰੂ ਕੀਤੇ ਆ, ਚਾਚੇ ਨੂੰ ਇਹ ਲੱਗਿਆ ਵੀ ਅੱਜ ਸਵਾਲ ਸ਼ੁਰੂ ਹੋ ਗਏ ਕਰਨੇ ਵੀ ਸ਼ਾਇਦ ਉਹ ਕਰ ਲੂ, ਸਾਡੇ ਸਵਾਲ ਦੀ ਗੱਲ ਨਹੀਂ ਕਰਦਾ। ਮੈਂ ਜਿੱਦਣ ਮੇਰੇ ਕੋਲ ਰਿਕਾਰਡਿੰਗ ਆਉਂਦੀ ਆ ਤਾਂ ਕਹਿੰਦੀ ਮੈਂ ਕਾਲ ਕੀਤੀ, ਸਪੈਸ਼ਲ ਕਾਲ ਕਰਕੇ ਮੈਂ ਗੱਲ ਕਰਨਾ ਚਾਹਿਆ ਵੀ ਚਲੋ ਮੈਂ ਤੁਹਾਨੂੰ ਗੱਲ ਕਰਾਂ ਵੀ ਇਸ ਦੀ ਰਿਕਾਰਡਿੰਗ ਦੀ ਸੱਚਾਈ ਕੀ ਆ। ਮੈਂ ਕਾਲ ਕੀਤੀ, ਕਾਲ ਕੱਟਤੀ, ਸੈਕਿੰਡ ਚੱਕਿਆ ਨਹੀਂ, ਸਾਰੀ ਲਾਇਆ ਕਾਲ ਹੀ ਚੱਕੀ। ਜੇ ਤੁਸੀਂ ਡਰਦੇ ਨਹੀਂ ਤਾਂ ਤੁਹਾਨੂੰ ਕੋਈ ਡਰ ਨਹੀਂ ਹੈ, ਕਿਉਂਕਿ ਅਸੀਂ ਸਵਾਲ ਕਰਦੇ ਹਾਂ। ਸਾਡਾ ਕੰਮ ਸਵਾਲ ਕਰਨਾ, ਜੇ ਅਸੀਂ ਸਵਾਲ ਹੀ ਨਹੀਂ ਕਰਾਂਗੇ ਤਾਂ ਲੋਕਾਂ ਨੂੰ ਕੀ ਪਤਾ ਲੱਗੂ ਸੱਚਾਈ ਕੀ ਹੈ ਤੇ ਝੂਠਾ ਕੀ ਹੈ। ਤੇ ਉਸੇ ਚੀਜ਼ ਨੂੰ ਲੈ ਕੇ ਇਹ ਹੁਣ ਇਲਜ਼ਾਮ ਲਾਉਂਦੇ ਨੇ ਵੀ ਇਹ ਤਾਂ ਪੱਤਰਕਾਰੀ ਹੈ ਨਹੀਂ, ਇਹ ਤਾਂ ਚੈਨਲ ਹੀ ਹੈ ਨਹੀਂ, ਇਹ ਤਾਂ ਫਲਾਣਾ। ਠੀਕ ਹੈ ਜੀ, ਤੁਸੀਂ ਆਪਣੀ ਕਾਰਵਾਈ ਕਰੋ, ਅਸੀਂ ਆਪਣੀ ਕਾਰਵਾਈ ਕਰਦੇ। ਉਹ ਜਿਹੜੀ ਵੀਡੀਓ ਸੀਗੀ, ਉਸ ਵੀਡੀਓ ਦੇ ਵਿੱਚ ਅਸੀਂ ਜਦੋਂ ਇਹਨਾਂ ਨੇ ਧਰਨੇ ਦੀ ਗੱਲ ਕੀਤੀ ਹੋਈ ਸੀ ਕਿ ਅਸੀਂ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ, ਠੀਕ ਹੈ ਜੀ। ਇੱਕ ਪੈਲਸ ਦੇ ਵਿੱਚ ਜਿੱਥੇ ਟੈਂਟ ਲੱਗੇ ਹੋਏ ਨੇ, ਉੱਥੇ ਅਸੀਂ ਧਰਨੇ ਵਾਸਤੇ, ਠੀਕ ਹੈ ਜੀ। ਕਿਸਾਨ ਸੁਸਾਈਡ ਕਰਦਾ ਪੰਜਾਬ ਦੇ ਵਿੱਚ, ਇੱਕ ਗੱਲ ਕਲੀਅਰ ਸੁਣ ਲਓ ਜੀ, ਜਦੋਂ ਪੰਜਾਬ 'ਚ ਕਿਸਾਨ ਸੁਸਾਈਡ ਕਰਦਾ ਆ, ਬੈਂਕ ਦੇ ਕਰਜ਼ੇ ਦੇ ਥੱਲੇ ਡੁੱਬ ਕੇ ਮਰਦਾ ਆ, ਉਸ ਟਾਈਮ ਕੋਈ ਵੀ ਕਿਸਾਨ ਜਥੇਬੰਦੀ, ਕੋਈ ਵੀ ਕਿਸਾਨ ਲੀਡਰ ਉਹ ਕਿਸਾਨਾਂ ਦੇ ਹੱਥ ਖੜ ਕੇ ਉਹਦੀ ਕਰਜ਼ੇ ਮਾਫ ਕਰਾਉਣ ਤੱਕ ਜਾਂ ਉਹ ਜਿਹੜੀ ਬੈਂਕਾਂ ਵਾਲੇ ਮੁਲਾਜ਼ਮ ਨੇ ਜਾਂ ਬੈਂਕਾਂ ਵਾਲੇ ਮੈਨੇਜਰ ਆ, ਉਸ ਤੱਕ ਕੋਈ ਵੀ ਬੰਦਾ ਕਾਰਵਾਈ ਕਰਾਉਣ ਵਾਸਤੇ ਧਰਨੇ ਪ੍ਰਦਰਸ਼ਨ ਨਹੀਂ ਕਰਦਾ। ਠੀਕ ਹੈ ਜੀ। ਅੱਜ ਇੱਕ ਮੌਤ ਲੱਗੀ, ਲੱਗ ਦੀ ਮੌਤ ਹੋਈ, ਜਿਹਦੇ ਨਾਲ ਅਸੀਂ ਧਰਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਇਮੋਸ਼ਨਲੀ ਲੋਕਾਂ ਨੂੰ ਅਸੀਂ ਅਟੈਚਮੈਂਟ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਹਾਂ ਸਾਡੇ ਨਾਲ ਬਹੁਤ ਧੱਕਾ ਹੋ ਗਿਆ, ਸਾਡੇ ਨਾਲ ਬਹੁਤ ਮਾੜਾ ਹੋ ਗਿਆ। ਮੈਨੂੰ ਇਹ ਗੱਲ ਦਾ ਜਵਾਬ ਦਿਓ ਜੀ, ਪੰਜਾਬ ਦੇ ਵਿੱਚ ਪਹਿਲੀ ਖੁਦਕੁਸ਼ੀ ਹੈ ਜੀ ਇਹ ਕਿ ਜਾਂ ਪਹਿਲਾਂ ਵੀ ਹੋ ਚੁੱਕੀਆਂ ਨੇ? ਤਾਂ ਆਪਾਂ ਗੱਲ ਕਰਦੇ ਹਾਂ ਖੁਦਕੁਸ਼ੀ, ਕਿ ਆਪਾਂ ਤਾਂ ਗੱਲ ਕਲੀਅਰ ਕਰ ਸਕਦੇ ਵੀ ਪਹਿਲੀ ਖੁਦਕੁਸ਼ੀ ਨਹੀਂ ਹੈਗੀ, ਜੋ ਹੋਊਗੀ ਤਾਂ ਨਾ ਹੀ ਪਹਿਲੀ ਮੌਤ ਆ ਪੰਜਾਬ ਦੇ ਵਿੱਚ। ਜਿੱਥੇ ਅਸੀਂ ਜੀ ਆਬਵੀਅਸਲੀ ਜੀ, ਐਕਚੁਅਲੀ ਚੱਕਰ ਇਹ ਵੀ ਮੇਰੇ ਕੁਝ ਸਵਾਲ ਸੀਗੇ। ਮੇਰੇ ਸਵਾਲ ਸੀ, ਸਵਾਲਾਂ ਦੇ ਨਾਲ ਕੀ ਸੀ, ਸਭ ਤੋਂ ਪਹਿਲਾਂ ਤਾਂ ਜਿੱਦਣ ਇਹਨਾਂ ਨੇ ਇੱਕ ਮੀਡੀਆ ਦੇ ਵਿੱਚ ਬੋਲਿਆ ਸੀ ਕਿ ਮੇਰੀ ਵਾਈਫ ਜੇ ਕਿਸੇ ਨਾਲ ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾਵੇ
ਤੇ ਮੈਂ ਇੰਨੀ ਕਣਕ ਹੈਗੀ, ਮੈਂ ਉਹਨੂੰ ਪੁੱਛਾਂ ਵੀ ਤੁਸੀਂ ਇਹ ਫੋਟੋ ਕਿਉਂ ਬਣਾਈ ਹੈ, ਠੀਕ ਹੈ ਜੀ, ਆਪਣੇ ਆਪ ਨੂੰ ਅਣਖੀ ਗੱਲ ਕਰਦੇ ਆ। ਪਰ ਜਦੋਂ ਉਹਨਾਂ ਦੀ ਨੂੰਹ ਬੇਅੰਤ ਕੌਰ ਦੇ ਬਾਰੇ ਇਹ ਗੱਲ ਹੁੰਦੀ ਆ, ਗੁਰਿੰਦਰ ਪੱਟੀ ਘਰ ਜਾ ਕੇ ਗੱਲ ਪੁੱਛਦਾ ਵੀ ਮੈਂ ਤੁਹਾਡੇ ਕੋਲ ਨੰਗਾ ਸਵਾਲ ਪੁੱਛ ਰਿਹਾ ਵੀ ਤੁਹਾਡੀ ਨੂੰਹ ਦਾ ਰਿਲੇਸ਼ਨ ਤੁਹਾਡੇ ਮੁੰਡੇ ਨਾਲ ਸੀ ਕਿ ਨਹੀਂ ਸੀ, ਕੀ ਉਹ ਲੱਗਦਾ ਵਾਜਿਬ ਸੀ ਸਵਾਲ ਵੀ ਕੋਈ ਤੀਜਾ ਬੰਦਾ ਤੁਹਾਡੀ ਨੂੰਹ ਦੇ ਬਾਰੇ ਉਂਗਲ ਕਰਦਾ ਤਾਂ ਤੁਸੀਂ ਚੁੱਪ ਕਰਕੇ ਬੈਠ ਕਿਉਂਕਿ ਤੇ ਜਦੋਂ ਆਪਣਾ ਜਿਹੜਾ ਇਹਨਾਂ ਦਾ ਵਕੀਲ ਸੀਗਾ, ਆਪਣਾ ਕੀ ਨਾਮ ਉਹਦਾ, ਸੁਨੀਲ ਮੱਲਨ ਇਹ ਗੱਲ ਕਹਿੰਦੇ ਆ ਵੀ ਕੁੜੀਆਂ ਨੂੰ, ਜੇਕਰ ਕੁੜੀਆਂ ਨੇ ਇਹੀ ਕੰਮ ਕਰਦੇ ਆ ਤਾਂ ਕੁੜੀਆਂ ਨੂੰ ਕੋਠੇ ਤੇ ਬਹਿ ਜਾਣਾ ਚਾਹੀਦਾ, ਧੰਦਾ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਵੀ ਤੁਸੀਂ ਦੱਸੋ, ਤੁਸੀਂ ਆਪ ਇੱਕ ਜਰਨਲਿਸਟ ਹੋ, ਤੁਸੀਂ ਕੁੜੀ ਹੋ, ਕਿ ਕੀ ਤੁਹਾਨੂੰ ਲੱਗਦਾ ਵੀ ਇਹ ਸ਼ਬਦ ਕਹਿਣੇ ਕਿ ਠੀਕ ਸੀ? ਜਿੱਦਾਂ ਇਹ ਚਾਚਾ ਉਸ ਟਾਈਮ ਕਿੱਥੇ ਸੀ ਜਿਸ ਸਮੇਂ ਗੱਲਾਂ ਆਈਆਂ ਸੀ ਬਾਅਦ ਵਿੱਚ, ਕਿਸੇ ਦੇ ਚੀਫ ਦੇ ਬਾਰੇ ਅਸੀਂ ਗੱਲਾਂ ਕਰ ਰਹੇ ਹਾਂ, ਉਸ ਟਾਈਮ ਇੱਕ ਕੁੜੀ ਦੇ ਬਾਰੇ ਗੱਲ ਹੋਈ, ਉਸ ਟਾਈਮ ਘੱਟੋ ਘੱਟ ਹਜ਼ਾਰਾਂ ਕੁੜੀਆਂ ਨੂੰ ਲੋਕਾਂ ਨੇ ਮਾੜਾ ਕਹਿਣਾ ਸ਼ੁਰੂ ਕਰਤਾ, ਜਿਹੜੀਆਂ ਕੁੜੀਆਂ ਦੇ ਨਾਲ ਇਹ ਕੁੜੀਆਂ ਨੇ ਕੁਝ ਕੀਤਾ ਵੀ ਨਹੀਂ ਚੱਲ ਤੱਕ ਕਿ ਪਰ ਉਹ ਕੁੜੀਆਂ ਦੇ ਲਈ ਹੱਕ 'ਚ ਕੋਈ ਨਹੀਂ ਖੜਾ, ਜਿਹੜੀਆਂ ਕੁੜੀਆਂ 1990 ਤੋਂ ਲੈ ਕੇ ਵਿਆਹੀਆਂ ਪੰਜਾਬ 'ਚ ਗਈਆਂ ਨੇ, ਪੰਜਾਬ 'ਚ ਰਹਿ ਗਿਆ, ਲਾੜੇ ਜਿਹੜੇ ਬਾਹਰ ਚਲੇ ਗਏ, ਉਹਨਾਂ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਅਸਲ ਜਦੋਂ ਅਸੀਂ ਚਾਚੇ ਦੇ ਸਵਾਲ ਚੱਕਣੇ ਸ਼ੁਰੂ ਕੀਤੇ ਆ, ਚਾਚੇ ਨੂੰ ਇਹ ਲੱਗਿਆ ਵੀ ਅੱਜ ਸਵਾਲ ਸ਼ੁਰੂ ਹੋ ਗਿਆ ਕਰਨੇ, ਵੀ ਸ਼ਾਇਦ ਉਹ ਕਰਨ ਨੂੰ ਸਾਡੇ ਸਵਾਲ ਤੇ ਗੱਲ ਨਹੀਂ ਕਰਦਾ। ਮੈਂ ਜਦੋਂ ਮੇਰੇ ਕੋਲ ਰਿਕਾਰਡਿੰਗ ਆਉਂਦੀ ਆ ਤੁਹਾਨੂੰ ਕਹਿੰਦੀ, ਮੈਂ ਕਾਲ ਕੀਤੀ ਸਪੈਸ਼ਲ, ਕਾਲ ਕਰਕੇ ਮੈਂ ਗੱਲ ਕਰਨਾ ਚਾਹਿਆ ਵੀ ਚਲੋ ਮੈਂ ਗੱਲ ਕਰਾਂ ਵੀ ਇਸ ਦੀ ਰਿਕਾਰਡਿੰਗ ਦੀ ਸੱਚਾਈ ਕੀ ਆ। ਮੈਂ ਕਾਲ ਕੀਤੀ, ਕਾਲ ਕੱਟਤੀ, ਸੈਕਿੰਡ ਚੱਕਿਆ ਨਹੀਂ, ਕਿਸੇ ਵਾਰੀ ਲਾਇਆ ਕਾਲ ਨਹੀਂ ਚੱਕੀ। ਜੇ ਤੁਸੀਂ ਡਰਦੇ ਨਹੀਂ ਤਾਂ ਤੁਹਾਨੂੰ ਕੋਈ ਡਰ ਨਹੀਂ ਹੈ, ਕਿਉਂਕਿ ਅਸੀਂ ਸਵਾਲ ਕਰਦੇ ਹਾਂ, ਸਾਡਾ ਕੰਮ ਸਵਾਲ ਕਰਨਾ। ਜੇ ਅਸੀਂ ਸਵਾਲ ਹੀ ਨਹੀਂ ਕਰਾਂਗੇ ਤਾਂ ਲੋਕਾਂ ਨੂੰ ਕੀ ਪਤਾ ਲੱਗੂ ਸੱਚਾਈ ਕੀ ਹੈ ਤੇ ਝੂਠਾ ਕੀ ਹੈ। ਤੇ ਉਸੇ ਚੀਜ਼ ਨੂੰ ਲੈ ਕੇ ਇਹ ਹੁਣ ਇਲਜ਼ਾਮ ਲਾਉਂਦੇ ਨੇ ਵੀ ਇਹ ਤਾਂ ਪੱਤਰਕਾਰੀ ਹੈ ਨਹੀਂ, ਇਹ ਤਾਂ ਚੈਨਲ ਹੀ ਹੈ ਨਹੀਂ, ਇਹ ਤਾਂ ਫਲਾਣਾ ਨਹੀਂ। ਠੀਕ ਹੈ ਜੀ, ਤੁਸੀਂ ਆਪਣੀ ਕਾਰਵਾਈ ਕਰੋ, ਅਸੀਂ ਆਪਣੀ ਕਾਰਵਾਈ ਕਰਦੇ। ਉਹ ਜਿਹੜੀ ਵੀਡੀਓ ਸੀਗੀ, ਉਸ ਵੀਡੀਓ ਦੇ ਵਿੱਚ ਅਸੀਂ ਜਦੋਂ ਇਹਨਾਂ ਨੇ ਧਰਨੇ ਦੀ ਗੱਲ ਕੀਤੀ ਹੋਈ ਸੀ ਕਿ ਅਸੀਂ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ, ਠੀਕ ਹੈ ਜੀ, ਇੱਕ ਪੈਲੇਸ ਦੇ ਵਿੱਚ ਜਿੱਥੇ ਟੈਂਟ ਲੱਗੇ ਹੋਏ ਨੇ, ਉੱਥੇ ਤੁਸੀਂ ਧਰਨੇ ਵਾਸਤੇ, ਠੀਕ ਹੈ ਜੀ, ਕਿਸਾਨ ਸੁਸਾਈਡ ਕਰਦਾ ਪੰਜਾਬ ਦੇ ਵਿੱਚ। ਇੱਕ ਗੱਲ ਕਲੀਅਰ ਸੁਣ ਲਓ ਜੀ, ਜਦੋਂ ਪੰਜਾਬ 'ਚ ਕਿਸਾਨ ਸੁਸਾਈਡ ਕਰਦਾ ਆ, ਬੈਂਕ ਦੇ ਕਰਜ਼ੇ ਦੇ ਥੱਲੇ ਡੁੱਬ ਕੇ ਮਰਦਾ ਆ, ਉਸ ਟਾਈਮ ਕੋਈ ਵੀ ਕਿਸਾਨ ਜਥੇਬੰਦੀ, ਕੋਈ ਵੀ ਕਿਸਾਨ ਲੀਡਰ ਉਹ ਕਿਸਾਨਾਂ ਦੇ ਹੱਥ 'ਚ ਖੜ ਕੇ ਉਹਦੇ ਕਰਜ਼ੇ ਮਾਫ ਕਰਾਉਣ ਤੱਕ, ਜਾਂ ਉਹ ਜਿਹੜੇ ਬੈਂਕਾਂ ਵਾਲੇ ਮੁਲਾਜ਼ਮ ਨੇ ਜਾਂ ਬੈਂਕਾਂ ਵਾਲੇ ਮੈਨੇਜਰ ਆ, ਉਸ ਤੱਕ ਕੋਈ ਵੀ ਬੰਦਾ ਕਾਰਵਾਈ ਕਰਾਉਣ ਵਾਸਤੇ ਧਰਨੇ ਪ੍ਰਦਰਸ਼ਨ ਨਹੀਂ ਕਰਦਾ। ਠੀਕ ਹੈ ਜੀ, ਅੱਜ ਇੱਕ ਮੌਤ ਲੱਗ ਦੀ ਮੌਤ ਹੁੰਦੀ, ਜਿਹਦੇ ਨਾਲ ਅਸੀਂ ਧਰਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਇਮੋਸ਼ਨਲੀ ਲੋਕਾਂ ਨੂੰ ਅਸੀਂ ਅਟੈਚਮੈਂਟ ਕਰਨੀ ਸ਼ੁਰੂ ਕਰ ਦਿੰਦੇ ਹਾਂ ਵੀ ਹਾਂ ਸਾਡੇ ਨਾਲ ਬਹੁਤ ਧੱਕਾ ਹੋ ਗਿਆ, ਸਾਡੇ ਨਾਲ ਬਹੁਤ ਮਾੜਾ ਹੋ ਗਿਆ। ਮੈਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੀ, ਪੰਜਾਬ ਦੇ ਵਿੱਚ ਪਹਿਲੀ ਖੁਦਕੁਸ਼ੀ ਹੈ ਜੀ ਇਹ, ਕਿ ਜਾਂ ਪਹਿਲਾਂ ਵੀ ਹੋ ਚੁੱਕੀਆਂ ਨੇ? ਤਾਂ ਆਪਾਂ ਗੱਲ ਕਰਦੇ ਹਾਂ ਖੁਦਕੁਸ਼ੀ, ਕਹਿੰਦੇ ਆਪਾਂ ਤਾਂ ਗੱਲ ਕਲੀਅਰ ਕਰ ਸਕਦੇ ਵੀ ਪਹਿਲੀ ਖੁਦਕੁਸ਼ੀ ਨਹੀਂ ਹੈਗੀ, ਜੇ ਹੋਊਗੀ ਤਾਂ ਨਾ ਹੀ ਪਹਿਲੀ ਮੌਤ ਆ ਪੰਜਾਬ ਦੇ ਵਿੱਚ, ਜੇ ਅਸੀਂ ਐਡਾ ਵੱਡਾ ਵੀ ਉਸ ਚੀਜ਼ ਨੂੰ ਕਰਦੇ ਹਾਂ। ਬਿਊਰੋ ਰਿਪੋਰਟ, ਰੋਜ਼ਾਨਾ ਟਾਈਮਜ਼।